ਮੋਹਾਲੀ ਅੰਮ੍ਰਿਤਸਰ ਦੇ ਵਿੱਚ ਕਿਸਾਨਾਂ ਦਾ ਵੱਡਾ ਜਮਾਵੜਾ। ਥੋੜੀ ਦੇਰ ਦੇ ਵਿੱਚ ਮੋਹਾਲੀ ਤੋਂ ਚੰਡੀਗੜ੍ਹ ਦੇ ਵੱਲ ਕਰਨਗੇ ਕੂਚ। ਰਾਜ ਭਵਨ ਦੇ ਘਿਰਾਓ ਦਾ ਹੈ ਪ੍ਰੋਗਰਾਮ। ਸੁੱਚਾ ਸਿੰਘ ਲੰਗਾ ਦੀ ਪੰਥ ਦੇ ਵਿੱਚ ਹੋ ਸਕਦੀ ਹੈ ਵਾਪਸੀ। ਅਕਾਲ ਤਖਤ ਨੇ ਲਾਈ ਤਨਖਾਹ। ਹਰਮੰਦਰ ਸਾਹਿਬ ਦੇ ਵਿੱਚ 21 ਦਿਨ ਭਾਂਡੇ ਧੋਣ ਅਤੇ ਪਾਠ ਕਰਨ ਦੀ ਕਿਹਾ। ਲੰਗਾ ਨੇ ਗੁਨਾਹ ਕਬੂਲ ਕਰਨ ਘਰ ਮੰਗੀ ਮਾਫੀ। ਗਨ ਕਲਚਰ ਨੂੰ ਲੈ ਕੇ 3 ਦਿਨ ਤੱਕ ਨਹੀਂ ਹੋਵੇਗੀ ਕੋਈ FIR। ਲੋਕਾਂ ਨੂੰ ਸੋਸ਼ਲ ਮੀਡੀਆ ਤੋਂ ਹਥਿਆਰਾਂ ਵਾਲੀਆਂ ਫੋਟੋ ਵੀਡੀਓ ਹਟਾਉਣ ਦੇ ਲਈ ਦਿੱਤੀ ਮੌਲਤ। CM ਭਗਵੰਤ ਮਾਨ ਨੇ DGP ਨੂੰ ਦਿੱਤੇ ਨਿਰਦੇਸ਼। ਅਕਾਲੀ ਦਲ ਦੇ ਵਫਦ ਨੇ ਰਾਜਪਾਲ ਦੇ ਨਾਲ ਕੀਤੀ ਮੁਲਾਕਾਤ। ਕਾਨੂੰਨ ਵਿਵਸਥਾ ਅਤੇ ਚੰਡੀਗੜ੍ਹ ਦੇ ਮਸਲੇ ਤੇ ਸੌਂਪਿਆ ਮੰਗ ਪੱਤਰ। ਹਰਿਆਣਾ ਦੀ ਜ਼ਮੀਨ ਵਾਲੀ ਮੰਗ ਦਾ ਵਿਰੋਧ ਕਰਦਿਆਂ ਬੋਲੇ ਪੰਜਾਬ ਦਾ ਹੈ ਚੰਡੀਗੜ੍ਹ, ਹਰਿਆਣਾ ਵਾਲੇ ਤਾਂ ਨੇ ਟੈਂਪਰੇਰੀ ਗੈਸਟ। ਮੁੱਖ ਮੰਤਰੀ ਭਗਵੰਤ ਮਾਨ ਨੇ PSPCL ਦੇ ਨਵੇਂ ਕਰਮਚਾਰੀਆਂ ਨੂੰ ਵੰਡੇ ਨਿਯੁਕਤੀ ਪੱਤਰ। ਬੋਲੇ ਹੁਣ ਨਹੀਂ ਚੱਲਦੀ ਨੌਕਰੀਆਂ ਦੇ ਵਿੱਚ ਸਿਫਾਰਿਸ਼, ਯੋਗਤਾ ਦੇ ਹਿਸਾਬ ਦੇ ਨਾਲ ਮਿਲਦੇ ਨੇ ਅੱਗੇ ਵਧਣ ਦੇ ਮੌਕੇ। ਸੁਨਾਮ ਦੇ ਪਿੰਡ ਬਖਸ਼ੀਵਾਲਾ ਦੇ ਵਿੱਚ ਪਤੀ ਨੂੰ ਮਾਰਨ ਵਾਲੀ ਮਹਿਲਾ ਤੇ ਉਸ ਦਾ ਪ੍ਰੇਮੀ ਗ੍ਰਿਫਤਾਰ। ਕਤਲ ਕਰ ਸੈਪਟਿਕ ਟੈਂਕ ਦੇ ਵਿੱਚ ਦਬਾਈ ਸੀ ਲਾਸ਼। 1 ਮਹੀਨੇ ਬਾਅਦ ਹੋਇਆ ਖੁਲਾਸਾ। ਨਰਸ ਮਰਡਰ ਕੇਸ ਦੇ ਵਿੱਚ ਵੱਡਾ ਖੁਲਾਸਾ। ਰਸ਼ਪ੍ਰੀਤ ਨੇ ਕਤਲ ਤੋਂ ਪਹਿਲਾਂ ਕੁੜੀ ਦੇ ਨਾਲ ਕੀਤਾ ਸੀ ਰੇਪ। 2 ਸਾਲ ਤੋਂ ਰਿਲੇਸ਼ਨ ਦੇ ਵਿੱਚ ਸਨ ਦੋਵੇਂ। ਵਾਰਦਾਤ ਵਾਲੇ ਦਿਨ ਕੁੜੀ ਨੂੰ ਬੁਲਾਇਆ ਸੀ ਘਰ। किसान आंदोलन पार्ट 2। जी हाँ, सत श्री अकाल, मैं तुहाडे नाल खुशबू संधू। तो अज किसान मोहाली दे विच इकट्ठे हुए ने और बहुत वड्डा जमावड़ा किसानां दा नजर आ रहा है। बहुत वड्डी तादाद अज किसानां दी पहुंची हुई है। मंग पत्र दिता जाना है, मंग पत्र दिता जाएगा राजपाल नूं। सो इस दे लई थोड़ी देर दे विच किसान दिल्ली चंडीगढ़ दे वल कूच करनगे। मोहाली तो चंडीगढ़ कूच करन दी तैयारी है। मोहाली दे विच गुरुद्वारा अंब साहिब च ਵੱਡੀ ਗਿਣਤੀ 'ਚ ਕਿਸਾਨ ਇਕੱਠੇ ਹੋਏ ਨੇ। ਰਾਜਪਾਲ ਭਵਨ ਤੱਕ ਦੱਸਦੀ ਕਿ ਮਾਰਚ ਦਾ ਪ੍ਰੋਗਰਾਮ ਹੈ। ਦਿੱਲੀ ਕੂਚ ਦੇ 2 ਸਾਲ ਪੂਰੇ ਹੋਣ ਤੇ ਹੱਲਾ ਬੋਲ ਦੀ ਤਿਆਰੀ ਹੈ ਕਿਉਂਕਿ 2 ਸਾਲ ਪੂਰੇ ਹੋ ਚੁੱਕੇ ਨੇ। ਸੋ ਜਿਸ ਨੂੰ ਲੈ ਕੇ ਇਹਨਾਂ ਦਾ ਕਹਿਣਾ ਹੈ ਕਿ ਜੋ ਮੰਨੀਆਂ ਹੋਈਆਂ ਮੰਗਾਂ ਨੇ ਉਹ ਪੂਰੀਆਂ ਨਹੀਂ ਕੀਤੀਆਂ ਜਾ ਰਹੀਆਂ, ਜਿਸ ਨੂੰ ਲੈ ਕੇ ਅੰਦੋਲਨ ਦਾ ਪਾਰਟ 2 ਦਾ ਆਗਾਜ਼ ਕਰ ਦਿੱਤਾ ਗਿਆ ਹੈ। ਅੱਜ ਮੁੱਢ ਬੰਨ ਦਿੱਤਾ ਗਿਆ। ਉਹਨਾਂ ਦਾ ਕਹਿਣਾ ਹੈ ਕਿ ਸਰਕਾਰ ਇਹ ਨਾ ਸੋਚੇ ਕਿ ਅਸੀਂ ਭੁੱਲ ਬੈਠੇ ਹਾਂ ਆਪਣੀਆਂ ਮੰਗਾਂ ਨੂੰ। ਇਸ ਦੇ ਲਈ ਅਸੀਂ ਆਗਾਜ਼ ਕੀਤਾ। ਇਸ ਤੋਂ ਬਾਅਦ ਅੱਗੇ ਪ੍ਰੋਗਰਾਮ ਜਿਹੜੇ ਨੇ ਉਹ ਦਿੱਤੇ ਜਾਂਦੇ ਰਹਿਣਗੇ। ਪਰ ਅੱਜ ਦੀ ਜੇਕਰ ਗੱਲ ਕਰੀਏ ਤਾਂ ਅੱਜ ਮੰਗ ਪੱਤਰ ਦਿੱਤਾ ਜਾਣਾ ਹੈ। ਚੰਡੀਗੜ੍ਹ ਦੇ ਵੱਲ ਕੂਚ ਕਰਨ ਦੀ ਤਿਆਰੀ ਹੈ। ਹਾਲਾਂਕਿ ਸੁਭਾਵਿਕ ਤੌਰ ਤੇ ਚੰਡੀਗੜ੍ਹ ਪੁਲਿਸ ਰਾਹ ਦੇ ਵਿੱਚ ਰੋਕੇਗੀ ਔਰ ਬਹੁਤ ਵੱਡਾ ਇਕੱਠ। ਦੱਸ ਦਈਏ ਕਿ ਅੱਜ ਕਿਸਾਨਾਂ ਦਾ ਇਕੱਠਾ ਹੋਇਆ ਤਾਂ ਇਹ ਵੀ ਵੇਖਣ ਵਾਲੀ ਗੱਲ ਹੈ ਕਿ ਉੱਥੇ ਮੌਜੂਦ ਕਿਸ ਤਰੀਕੇ ਦੇ ਨਾਲ ਜੋ ਪੁਲਿਸ ਹੈ ਰੋਕਦੀ ਹੈ ਕਿਸਾਨਾਂ ਨੂੰ ਔਰ ਉਸ ਤੋਂ ਬਾਅਦ ਕਿਸਾਨਾਂ ਦਾ ਇਲੈਕਸ਼ਨ ਕੀ ਹੁੰਦਾ ਹੈ। ਤਾਂ ਅਸੀਂ ਗ੍ਰਾਫਿਕ ਦੇ ਜ਼ਰੀਏ ਵੀ ਤੁਹਾਨੂੰ ਸਕਰੀਨ ਤੇ ਦਿਖਾ ਪਾ ਰਹੇ ਹਾਂ ਕਿ ਆਖਰਕਾਰ ਮੰਗਾਂ ਕਿਹੜੀਆਂ ਨੇ, ਕਿਹੜੀਆਂ ਮੰਗਾਂ ਨੂੰ ਲੈ ਕੇ ਇਹ ਵੱਡਾ ਇਕੱਠ ਹੈ। ਪਰ ਦੂਜੇ ਪਾਸੇ ਇਹ ਵੀ ਜ਼ਿਕਰਯੋਗ ਹੈ ਕਿ ਜਿੱਥੇ ਵੱਡਾ ਇਕੱਠ ਹੈ ਤਾਂ ਸੁਭਾਵਿਕ ਤੌਰ ਤੇ ਬੱਸਾਂ ਦੇ ਰਾਹੀਂ ਹੋਰ ਵਾਹਨਾਂ ਦੇ ਰਾਹੀਂ ਕਿਸਾਨ ਪਹੁੰਚੇ ਹੋਣਗੇ ਤਾਂ ਟ੍ਰੈਫਿਕ ਨੂੰ ਲੈ ਕੇ ਵੀ ਬਹੁਤ ਜ਼ਿਆਦਾ ਸਮੱਸਿਆ ਮੋਹਾਲੀ ਦੇ ਵਿੱਚ ਦਰਪੇਸ਼ ਹੋ ਰਹੀ ਹੈ। ਯਾਨੀ ਕਿ ਲੋਕ ਜਿਹੜੇ ਮੋਹਾਲੀ ਦੇ ਨੇ ਜਾਂ ਫਿਰ ਖਰੜ ਤੋਂ ਆਉਣ ਵਾਲੇ ਲੋਕ ਨੇ ਜਾਂ ਕਹਿ ਲਈਏ ਕਿ ਟ੍ਰਾਈ ਸਿਟੀ ਦਾ ਹਿੱਸਾ ਜਿਹੜੇ ਲੋਕ ਨੇ ਜੇਕਰ ਉਧਰੋਂ ਗੁਜ਼ਰ ਰਹੇ ਨੇ ਤਾਂ ਬਹੁਤ ਮੁਸ਼ਕਿਲਾਂ ਦਾ ਉਹਨਾਂ ਨੂੰ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਬਹੁਤ ਸਾਰੀਆਂ ਬੱਸਾਂ ਜਿਹੜੀਆਂ ਨੇ ਕਿਸਾਨ ਲੈ ਕੇ ਆਏ ਨੇ। ਇਸ ਤੋਂ ਇਲਾਵਾ ਜਿਸ ਵਾਹਨ ਦੇ ਵਿੱਚ ਆਏ ਨੇ ਤਾਂ ਉਸ ਨੂੰ ਲੈ ਕੇ ਬਹੁਤ ਹੀ ਸਮੱਸਿਆਵਾਂ ਆ ਰਹੀਆਂ ਨੇ ਆਮ ਲੋਕਾਂ ਨੂੰ। ਤਾਂ ਦੂਸਰੇ ਪਾਸੇ ਜੇਕਰ ਗੱਲ ਕੀਤੀ ਜਾਵੇ ਤਾਂ ਕੂਚ ਦੀ ਤਿਆਰੀ ਹੈ ਔਰ ਕਿੰਨਾ ਕੁ ਸਮਾਂ ਅਜੇ ਹੈ ਬਾਕੀ ਹੈ ਜਾਂ ਕਹਿ ਲਈਏ ਕਿ ਹੁਣ ਕੂਚ ਕਰਨ ਵਾਲੇ ਨੇ ਕਿਸਾਨ ਜਾਂ ਕਿਸ ਤਰੀਕੇ ਦੀ ਤਸਵੀਰ ਹੈ ਕਿਉਂਕਿ ਥੋੜੀ ਦੇਰ ਪਹਿਲਾਂ ਸੰਬੋਧਨ ਚੱਲ ਰਿਹਾ ਸੀ ਸਟੇਜ ਤੋਂ ਔਰ ਵੱਡੀ ਤਾਦਾਦ ਕਿਸਾਨਾਂ ਦੀ ਬੈਠੀ ਹੋਈ ਸੀ ਸਾਹਮਣੇ। ਸਿੱਧਾ ਚੱਲਦੇ ਹਾਂ, ਅਮਨ ਭਾਰਦਵਾਜ ਸਾਡੇ ਨਾਲ ਲਾਈਵ ਮੌਜੂਦ ਨੇ ਔਰ ਮੌਕੇ ਤੇ ਨੇ ਕਿਸਾਨ ਬਹੁਤ ਵੱਡੀ ਤਾਦਾਦ ਦੇ ਵਿੱਚ ਨੇ। ਅਮਨ, ਮੌਕੇ ਦੀ ਤਸਵੀਰ ਕੀ ਕੁਝ ਹੈ? ਗੁਰਜੋਤ, ਦੇਖੋ ਇਸ ਤੋਂ ਪਹਿਲਾਂ ਵੀ ਅਸੀਂ ਤਸਵੀਰਾਂ ਵਿਖਾਈਆਂ ਸੀਗੀਆਂ ਔਰ ਪਹਿਲਾਂ ਨਾਲੋਂ ਇਕੱਠ ਵਧਿਆ ਹੈ ਕਾਫੀ ਔਰ ਲਗਾਤਾਰ ਵਧਦਾ ਜਾ ਰਿਹਾ ਹੈ ਔਰ ਕਿਸਾਨ ਹਰੇਕ ਜਥੇਬੰਦੀ ਜਿਹੜੀ ਹੈ ਆਪਣੇ ਸਮਰਥਕਾਂ ਦੇ ਨਾਲ ਪਹੁੰਚ ਰਹੀ ਹੈ। ਕਿਸਾਨਾਂ ਦੀ ਹਮਾਇਤ ਲਈ ਸੋਨੀਆ ਮਾਨ ਪਹੁੰਚੇ ਨੇ। ਸੋਨੀਆ ਜੀ, ਇਹ ਨਵਾਂ ਅੰਦੋਲਨ ਦੂਜਾ ਪੜਾਅ ਹੈ, ਤੁਸੀਂ ਪਹੁੰਚੇ ਹੋ, ਕੀ ਜ਼ਹਿਨ 'ਚ ਸੀਗਾ ਜਿਹੜਾ ਤੁਸੀਂ ਇੱਥੇ ਪਹੁੰਚੇ ਹੋ ਕਿਉਂਕਿ ਹੁਣ ਤਾਂ ਮੋਹਾਲੀ ਇਹ ਪ੍ਰਦਰਸ਼ਨ ਸ਼ੁਰੂ ਹੋਇਆ?
ਵੇਖੋ ਜੀ, ਜਿਹੜੀਆਂ ਮੰਗਾਂ ਪਹਿਲੋਂ ਰੱਖੀਆਂ ਸੀਗੀਆਂ, ਇੱਕ MSP ਨੂੰ ਲੈ ਕੇ ਕਿਸਾਨਾਂ ਨੇ ਕਮੇਟੀ ਬਣਾਉਣ ਵਾਸਤੇ ਕਿਹਾ ਸੀਗਾ ਸੈਂਟਰਲ ਗਵਰਨਮੈਂਟ ਨੂੰ। ਉਹਨਾਂ ਨੇ ਉਸ ਤੋਂ ਬਾਅਦ ਸਹਿਮਤੀ ਨਹੀਂ ਜਤਾਈ। ਉਹਨਾਂ ਨੇ ਕਿਹਾ ਵੀ ਚੇਅਰਮੈਨ ਸਾਡਾ ਲੱਗੂਗਾ, ਬਟ ਕਿਸਾਨਾਂ ਨੇ ਕਿਹਾ ਸੀਗਾ ਕਿ ਸਾਡਾ ਲੱਗਣਾ ਚਾਹੀਦਾ ਹੈ, ਕਿਉਂਕਿ ਕਿਸਾਨੀ ਪੱਖੀ ਜਿਹੜੇ ਲੀਡਰ ਨੇ ਉਹਨਾਂ ਨੂੰ ਗਰਾਊਂਡ ਰਿਐਲਿਟੀ ਦਾ ਪਤਾ ਹੈ, ਕਿਸਾਨਾਂ ਦੀਆਂ ਮੁਸੀਬਤਾਂ ਦਾ ਪਤਾ ਆਏ ਦਿਨਾਂ ਦੀਆਂ, ਤੇ ਉਹਨਾਂ ਦਾ ਹੀ ਲੱਗਣਾ ਚਾਹੀਦਾ ਹੈ। ਕਿਉਂਕਿ ਸੈਂਟਰਲ ਗਵਰਨਮੈਂਟ ਦੇ ਜਿਹੜੇ ਐਗਰੀਕਲਚਰ ਸਪੈਸ਼ਲਿਸਟ ਨੇ ਉਹ ਕੋਈ ਪਿੰਡਾਂ ਦੇ ਵਿੱਚ ਵਿਚਰ ਕੇ ਨਹੀਂ ਜਾਂਦੇ। ਦੂਜੀ ਗੱਲ ਇਹ ਹੈ ਵੀ ਜਿਹੜੇ ਲਖੀਮਪੁਰ ਖੀਰੀ ਵਾਲੇ ਜਿਹੜੇ ਸਾਡੇ ਭਰਾ ਨੇ ਜਿਹੜੇ ਜੇਲ੍ਹਾਂ ਦੇ ਵਿੱਚ ਬੰਦ ਕੀਤੇ ਗਏ ਨੇ, ਉਹਨਾਂ ਦਾ ਇਨਸਾਫ ਹਜੇ ਤੱਕ ਨਹੀਂ ਮਿਲਿਆ ਔਰ ਉਹਨਾਂ ਨੂੰ ਅੰਦਰ ਬੰਦ ਕੀਤਾ ਹੋਇਆ ਆ। ਤੀਜੀ ਗੱਲ ਇਹ ਹੈ ਵੀ ਜਿਹੜੀ ਪੈਨਸ਼ਨ ਹੈ ਆਮ ਕਿਸਾਨਾਂ ਦੀ ਵੀ ਨਾਲ ਨਾਲ ਲੱਗਣੀ ਚਾਹੀਦੀ ਹੈ, ਔਰ ਆਏ ਦਿਨ ਜਿਹੜੇ ਆ ਧਰਨੇ ਲੱਗਦੇ ਨੇ ਕਿਸਾਨਾਂ ਦੇ ਖਤਮ ਹੋਣੇ ਚਾਹੀਦੇ ਨੇ। ਇਹਨਾਂ ਦੀਆਂ ਪੈਨਸ਼ਨ ਲੱਗਣੀ ਚਾਹੀਦੀ ਹੈ, ਕਿਹਨੂੰ ਲਗਾਉਣੀ ਚਾਹੀਦੀ ਹੈ, ਕੇਂਦਰ ਨੂੰ ਜਾਂ ਪੰਜਾਬ ਸਰਕਾਰ? ਵੇਖੋ ਜੀ, ਕੇਂਦਰ ਵੱਲੋਂ ਹੀ ਇਹਦਾ ਫੰਡ ਆਂਦਾ ਹੈ ਪੂਰਾ, ਔਰ ਸੈਂਕਸ਼ਨ ਹੋ ਕੇ ਪੰਜਾਬ ਸਰਕਾਰ ਦੀਆਂ ਮਿਨਿਸਟਰੀਜ਼ ਉੱਤੇ ਹੀ ਭੇਜਦੀਆਂ ਨੇ। ਕਿਉਂਕਿ ਜਿਹੜੀ ਆਮ ਕਿਸਾਨ ਨੇ, ਛੋਟੇ ਕਿਸਾਨ ਨੇ, ਉਹਨਾਂ ਨੂੰ ਸੋਰਸ ਆਫ ਇਨਕਮ ਤੇ ਮਿਲਣੀ ਚਾਹੀਦੀ ਹੈ ਨਾ। ਇੱਕ ਸਭ ਤੋਂ ਵੱਡੀ ਮੰਗ ਸੀਗੀ ਵੀ ਜਿਹੜੀ ਸ਼ਾਮਲਾਟ ਜ਼ਮੀਨਾਂ ਜਿਹੜੀਆਂ ਨੇ ਕਹਿੰਦੇ ਸੀਗੇ ਕਿ ਕਰ ਲੈਣੀਆਂ ਆ, ਗਵਰਨਮੈਂਟ ਨੇ ਆਪਣੇ ਅੰਡਰ ਕਰ ਲੈਣੀਆਂ ਨੇ, ਬਟ ਉਹ ਸ਼ਾਮਲਾਟ ਜ਼ਮੀਨਾਂ ਜਿਹੜੀਆਂ ਛੋਟੇ ਕਿਸਾਨ ਨੇ ਜਿਨ੍ਹਾਂ ਕੋਲ 2-2 ਏਕੜ ਜ਼ਮੀਨ ਹੈ, ਜਿਨ੍ਹਾਂ ਦੀ ਰੋਜ਼ੀ ਰੋਟੀ ਉਹਦੇ ਸਿਰ ਦੇ ਉੱਤੇ ਚੱਲਦੀ ਹੈ, ਛੋਟੇ ਕਿਸਾਨਾਂ ਦੇ ਕੋਲੋਂ ਸ਼ਾਮਲਾਟ ਜ਼ਮੀਨਾਂ ਨਹੀਂ ਲੈਣੀਆਂ ਚਾਹੀਦੀਆਂ। ਜਿਹੜੇ ਵੱਡੇ ਮਗਰਮੱਛ ਨੇ ਜਿਨ੍ਹਾਂ ਦੇ ਕੋਲ 100-100 ਏਕੜ ਜ਼ਮੀਨ ਹੈ, 50-50 ਏਕੜ ਜ਼ਮੀਨ ਹੈ, ਜਿਨ੍ਹਾਂ ਦੇ ਕਾਰੋਬਾਰ ਹੋਰ ਵੀ ਚੱਲਦੇ ਨੇ, ਇਸ ਤਰੀਕੇ ਦੇ ਨਾਲ ਸਰਕਾਰ ਨੂੰ ਦੇਖਣਾ ਚਾਹੀਦਾ ਹੈ ਵੀ ਉਹਨਾਂ ਦੀ ਸੋਰਸ ਆਫ ਇਨਕਮ ਹੋਰ ਵੀ ਹੈਗੀ ਆ, ਉਹਨਾਂ ਤੋਂ ਜਿਹੜੀਆਂ ਸ਼ਾਮਲਾਟ ਜ਼ਮੀਨਾਂ ਨੇ ਉਹ ਛੁਡਵਾਉਣੀਆਂ ਚਾਹੀਦੀਆਂ ਨੇ, ਪਰ ਜਿਹੜੇ ਛੋਟੇ ਕਿਸਾਨ ਆ ਉਹਨਾਂ ਕੋਲੋਂ ਨਹੀਂ ਛੁਡਵਾਉਣੀਆਂ ਚਾਹੀਦੀਆਂ। ਗੱਲਬਾਤ ਹੋਈ, ਤੁਸੀਂ ਕਿਸੇ ਜਥੇਬੰਦੀ ਦੇ ਆਗੂ ਨੂੰ ਮਿਲੇ, ਕਿਸਾਨ ਆਗੂ ਨੂੰ ਸਟੇਜ 'ਪਰ ਜਿਹੜੇ ਦੇਖੋ ਜੀ, ਮੇਰਾ ਸਮਰਥਨ ਹੈ, ਮੈਂ ਖੁਦ ਐਕਟਰੈਸ ਆ, ਮੇਰਾ ਪਹਿਲੋਂ ਵੀ ਕਿਸਾਨ ਅੰਦੋਲਨ ਦੇ ਵਿੱਚ ਇੰਡੀਵਿਜੂਅਲ ਤੌਰ ਦੇ ਉੱਤੇ ਸਮਰਥਨ ਰਿਹਾ ਆ। ਅੱਜ ਮੈਂ ਜਾਟ ਮਹਾਸਭਾ ਪੰਜਾਬ ਦੀ ਪ੍ਰਧਾਨ ਆ, ਇਸ ਕਰਕੇ ਜੱਟ ਉਹੀ ਹੁੰਦੇ ਨੇ ਜਿਹੜੇ ਕਿਸਾਨ ਹੁੰਦੇ ਨੇ, ਜ਼ਿਮੀਦਾਰ ਹੁੰਦੇ ਨੇ, ਸੋ ਉਹਨਾਂ ਵੱਲੋਂ ਸਾਡਾ ਇੱਕ ਸਮਰਥਨ ਹੈ ਕਿਸਾਨ ਜਥੇਬੰਦੀਆਂ ਨੂੰ ਤੇ ਸਾਡੇ ਕਿਸਾਨਾਂ ਨੂੰ। ਅਸੀਂ ਕਿਸਾਨਾਂ ਦੀ ਆਵਾਜ਼ ਹਮੇਸ਼ਾ ਚੁੱਕਦੇ ਰਹਾਂਗੇ। ਮਹਾਸਭਾ ਦੇ ਅੰਦਰ ਤਾਂ ਜੈਇੰਦਰ ਕੌਰ ਵੀ ਨੇ। ਵੇਖੋ, ਜੱਟ ਮਹਾਸਭਾ ਦੇ ਵਿੱਚ ਸਾਰੇ ਨੇ, ਅੱਜ ਸਾਡੇ ਇੱਥੇ ਸਾਰੇ ਜਾਣੇ ਇੱਥੇ ਇਕੱਠੇ ਹੋਏ ਨੇ। ਪੇਂਡੂ ਪੱਧਰ ਦੇ ਉੱਤੇ ਜੇ ਅਸੀਂ ਦੇਖੀਏ, ਸਾਡੇ ਇੱਥੇ ਕੋਈ ਅਕਾਲੀ ਦਲ ਦੇ ਵਿੱਚ ਹੋਊਗਾ, ਕੋਈ ਕਾਂਗਰਸੀ ਹੋਊਗਾ, ਕੋਈ ਆਮ ਆਦਮੀ ਪਾਰਟੀ ਦਾ ਹੋਊਗਾ, ਪਰ ਜਦੋਂ ਗੱਲ ਆਉਂਦੀ ਹੈ ਕਿਸਾਨੀ ਝੰਡੇ ਦੀ, ਉਦੋਂ ਸਾਰੇ ਆਪਣੀਆਂ ਪਾਰਟੀਆਂ ਘਰ ਛੱਡ ਕੇ ਤੇ ਕਿਸਾਨੀ ਝੰਡੇ ਦੇ ਥੱਲੇ ਇਕੱਠੇ ਹੋ ਕੇ ਆਉਂਦੇ ਨੇ। ਬੀਜੇਪੀ ਦਾ ਸੌਫਟ ਕਾਰਨਰ ਹੈ ਕਿ ਜੈਇੰਦਰ ਕੌਰ ਨਾਲ ਜਾਂ ਬੀਜੇਪੀ ਨਾਲ ਗੱਲਬਾਤ ਕਰੋ? ਗੱਲ ਸੁਣੋ, ਜਦੋਂ ਗੱਲ ਕੱਲੀ ਬੀਜੇਪੀ ਦੀ ਨਹੀਂ ਗੱਲ ਆਉਂਦੀ, ਕੱਲੀ ਸਾਰੀਆਂ ਪਾਰਟੀਆਂ ਦੀ ਗੱਲ ਆਉਂਦੀ ਆ। ਇੱਥੇ ਆਮ ਆਦਮੀ ਪਾਰਟੀ ਦੀ ਵੀ ਗੱਲ ਆਉਂਦੀ ਹੈ, ਇੱਥੇ ਕਾਂਗਰਸ ਦੀ ਵੀ ਗੱਲ ਆਉਂਦੀ ਹੈ, ਇੱਥੇ ਬੀਜੇਪੀ ਦੀ ਵੀ ਗੱਲ ਆਉਂਦੀ ਆ। ਮੌਜੂਦਾ ਸਰਕਾਰ ਇੱਥੇ ਆਮ ਆਦਮੀ ਪਾਰਟੀ ਦੀ ਆ, ਇੱਥੇ ਵੀ ਲੋਕੀ ਆਮ ਆਦਮੀ ਪਾਰਟੀ ਦੇ ਖਿਲਾਫ ਵੀ ਧਰਨੇ ਲਾਉਂਦੇ ਨੇ, ਬੀਜੇਪੀ ਦੇ ਖਿਲਾਫ ਵੀ ਆਪਾਂ ਧਰਨੇ ਲਾਉਂਦੇ, ਆਪਾਂ ਮੰਗਾਂ ਰੱਖਦੇ ਨੇ। ਬਟ ਮਹਾਸਭਾ ਚੋਂ ਮੈਂ ਉਸ ਸੰਗਤ ਸਭਾ ਦੇ ਵਿੱਚ ਕਾਂਗਰਸੀ ਲੀਡਰ ਵੀ ਨੇ। ਜੱਟ ਮਹਾਸਭਾ ਦੇ ਵਿੱਚ ਜਦੋਂ ਜੱਟ ਮਹਾਸਭਾ ਪਹਿਲੋਂ ਉਦੋਂ ਦੀ ਆਰਗੇਨਾਈਜੇਸ਼ਨ ਹੈ, ਉਦੋਂ ਕੈਪਟਨ ਅਮਰਿੰਦਰ ਸਿੰਘ ਜੀ ਜਿਹੜੇ ਸੀਗੇ ਪੰਜਾਬ ਦੇ ਕਾਂਗਰਸੀ CM ਸੀਗੇ, ਕੀ ਗੱਲ ਉਦੋਂ ਬੀਜੇਪੀ ਦੇ ਨਾਲ ਐਸੋਸੀਏਟਡ ਸੀਗੀ? ਜੱਟ ਮਹਾਸਭਾ ਛੋਟੂ ਰਾਮ ਜੀ ਦੀ ਸਟਾਰਟ ਕੀਤੀ ਹੋਈ ਆਰਗੇਨਾਈਜੇਸ਼ਨ ਹੈ, ਜਿਹਦੇ ਵਿੱਚ ਟਕੈਤ ਸਾਹਿਬ ਵੀ ਸੀਗੇ, ਅੱਜ ਵੀ ਹੈਗੇ ਨੇ, ਯੁੱਧਵੀਰ ਵੀ ਹੈਗੇ ਨੇ। ਯੂਪੀ ਦੀ ਬਹੁਤ ਵੱਡੀ ਜੱਟ ਮਹਾਸਭਾ ਆ। ਹਰਿਆਣੇ ਦੇ ਜਿੰਨੇ ਜੱਟ ਨੇ ਇਸ ਟਾਈਮ ਦੇ ਉੱਤੇ, ਹਰਿਆਣੇ ਦੇ ਵਿੱਚ ਜੱਟ ਮਹਾਸਭਾ ਕਾਫੀ ਚੱਲਦੀ ਹੈ, ਕਿਉਂਕਿ ਉੱਥੋਂ ਦੇ ਜੱਟ ਜ਼ਿਮੀਦਾਰ ਇਸ ਆਰਗੇਨਾਈਜੇਸ਼ਨ ਦੇ ਨਾਲ ਜੁੜੇ ਹੋਏ ਨੇ। ਮਹਾਸਭਾ ਵੱਲੋਂ ਕਿਆ ਭਾਜਪਾ ਦੇ ਕੋਲ ਇਹ ਸੁਨੇਹਾ ਕਿਸਾਨਾਂ ਦਾ ਲੈ ਕੇ ਜਾਏਗੀ ਸੋਨੀਆ ਮਾਨ ਕਿ ਇਹ ਮੰਗਾਂ ਨੇ ਇਹਨਾਂ ਨੂੰ ਪੂਰਾ ਕੀਤਾ ਜਾਏ? ਵੇਖੋ ਜੀ, ਮੈਂ ਤੇ ਜਿੱਥੇ ਇਹ ਕਿਸਾਨ ਲੀਡਰ ਜਾਣਗੇ, ਸਾਡਾ ਸਮਰਥਨ ਇਹਨਾਂ ਨੂੰ ਆ। ਮੈਂ ਕਿਸਾਨਾਂ ਦੀ ਆਵਾਜ਼ ਸ਼ੁਰੂ ਤੋਂ ਹੀ ਚੱਕੀ ਹੈ, ਅੱਜ ਵੀ ਚੱਕੂੰਗੀ, ਅੱਗੇ ਵੀ ਚੱਕੂੰਗੀ। ਆ ਤੇ ਜੱਟ ਮਹਾਸਭਾ ਵੱਲੋਂ ਮੈਨੂੰ ਇੱਕ ਅਹੁਦਾ ਦਿੱਤਾ ਗਿਆ ਹੈ ਪੰਜਾਬ ਦੀ ਪ੍ਰਧਾਨ ਦਾ, ਤੇ ਮੈਂ ਉਹਦੇ ਵੱਲੋਂ ਵੀ ਬੋਲ ਰਹੀ ਹਾਂ ਕਿ ਸਾਡਾ ਸਮਰਥਨ ਕਿਸਾਨਾਂ ਨੂੰ ਹੈ। ਸੋਨੀਆ ਮਾਨ ਗੱਲਬਾਤ ਕਰ ਰਹੇ ਸੀਗੇ, ਔਰ ਇੱਕ ਵਾਰ ਤਸਵੀਰ ਜ਼ਰੂਰ ਗੁਰਜੋਤ ਵਿਖਾਵਾਂਗੇ ਕਿ ਜਿਹੜਾ ਇਕੱਠ ਇੱਥੇ ਇਕੱਠਾ ਹੋਇਆ ਹੈ, ਕਿਉਂਕਿ ਇਕੱਠ ਤੁਸੀਂ ਦੇਖੋ ਜਿੰਨੀ ਸੈਂਕੜਿਆਂ ਦੀ ਤਾਦਾਦ 'ਚ ਕਿਸਾਨ ਜਿਹੜੇ ਨੇ ਉਹ ਸਟੇਜ ਦੇ ਕੋਲ ਮੌਜੂਦ ਨੇ, ਔਰ ਜੋ ਸੰਬੋਧਨ ਹੋ ਰਿਹਾ ਹੈ ਉਸ ਨੂੰ ਸੁਣ ਰਹੇ ਨੇ। ਔਰ ਜਿਹੜੇ ਕਿਸਾਨ ਆਗੂ, ਚਾਹੇ ਉਹ ਰੁਲਦੂ ਸਿੰਘ ਮਾਨਸਾ ਹੋਣ, ਚਾਹੇ ਜਿਹੜੇ ਹੋਰ ਕਿਸਾਨ ਆਗੂ ਸਟੇਜ ਤੇ ਮੌਜੂਦ ਸੀਗੇ, ਉਹ ਕੁਝ ਕਿਸਾਨ ਲੀਡਰ ਦੂਜੇ ਪਾਸੇ ਜਿੱਥੇ ਸਟੇਜ ਲੱਗੀ ਹੈ, ਜਿੱਥੇ ਮੰਗ ਪੱਤਰ ਦੇਣਾ ਹੈ YPS ਚੌਂਕ ਦੇ ਕੋਲ, ਉਸ ਵਾਲੀ ਸਾਈਡ ਜਾ ਚੁੱਕੇ ਨੇ, ਤਾਂ ਕਿ ਇੱਥੋਂ ਜੇ ਮਾਰਚ ਜਦੋਂ ਸ਼ੁਰੂ ਹੋਏਗਾ ਤਾਂ ਅਗਵਾਈ ਜਿਹੜੀ ਹੈ ਉਹ ਬਿਹਤਰ ਤਰੀਕੇ ਤੇ ਹੋ ਸਕੇ। ਔਰ ਸਟੇਜ ਦੀਆਂ ਤਸਵੀਰਾਂ ਤੁਹਾਨੂੰ ਵਿਖਾਵਾਂਗੇ ਕਿ ਜੋਗਿੰਦਰ ਸਿੰਘ ਉਗਰਾਹਾਂ ਜਿਹੜੇ ਨੇ ਉਹ ਸੰਬੋਧਨ ਕਰ ਰਹੇ ਨੇ, ਕਿਉਂਕਿ ਜਿੰਨੇ ਕਿਸਾਨ ਇੱਥੇ ਪਹੁੰਚੇ ਨੇ, ਜਿੰਨੇ ਤਸਵੀਰਾਂ 'ਚ ਤੁਹਾਨੂੰ ਨਜ਼ਰ ਆਉਣਗੇ, ਸਭ ਤੋਂ ਵੱਧ ਜੇਕਰ ਕੋਈ ਜਥੇਬੰਦੀ ਦੇ ਨਾਲ ਕਿਸਾਨ ਜੁੜੇ ਹੋਏ ਨੇ ਤਾਂ ਉਹ ਉਗਰਾਹਾਂ ਜਥੇਬੰਦੀ ਦੇ ਨਾਲ ਨੇ।
ਔਰ ਇਸ ਵੇਲੇ ਸੰਬੋਧਨ ਜਿਹੜਾ ਹੈ ਉਹ ਜੋਗਿੰਦਰ ਸਿੰਘ ਉਗਰਾਹਾਂ ਦਾ ਚੱਲ ਰਿਹਾ ਹੈ ਔਰ ਉਹਨਾਂ ਨੂੰ ਕਿਸਾਨ ਜਿਹੜੇ ਨੇ ਉਹ ਸੁਣ ਰਹੇ ਨੇ ਸਟੇਜ ਤੇ ਦਰਸ਼ਨਪਾਲ ਜਾਣਕਾਰੀ ਚਾਹੁੰਦੇ ਆ ਕਿ ਕਿੰਨੇ ਵਜੇ ਕੀਤਾ ਜਾਏਗਾ ਕਿਉਂਕਿ 2:30 ਵਜੇ ਦਾ ਸਮਾਂ ਸੀਗਾ ਔਰ ਥੋੜੀ ਦੇਰ ਹੀ ਹੈ 2:30 ਵਜੇ ਤਾਂ ਉਸ ਤੋਂ ਜ਼ਿਆਦਾ ਹੋ ਸਕਦਾ ਸਮਾਂ ਤਾਂ ਇਹ ਵੀ ਨਾਲ ਜਾਣਕਾਰੀ ਚਾਹੁੰਦੇ ਆ ਕਿ ਟ੍ਰੈਫਿਕ ਨੂੰ ਲੈ ਕੇ ਕਿਸ ਤਰ੍ਹਾਂ ਦੇ ਬੰਦੋਬਸਤ ਨੇ ਕਿਉਂਕਿ ਇਹ ਵੀ ਜਾਣਕਾਰੀ ਮਿਲ ਰਹੀ ਹੈ ਕਿ ਕਾਫੀ ਪਰੇਸ਼ਾਨੀ ਹੋ ਰਹੀ ਹੈ ਕਿਉਂਕਿ ਬੱਸਾਂ ਬਹੁਤ ਆ ਰਹੀਆਂ ਨੇ ਉਹ ਵੱਡੀ ਤਾਦਾਦ ਕਿਸਾਨਾਂ ਦੀ ਆਈ ਹੋਈ ਹੈ। ਅਮਨ ਬਿਲਕੁਲ ਸਾਫ਼ ਤੌਰ ਤੇ ਗੁਰਜੋਤ ਇਹ ਹਰ ਵਾਰ ਹੁੰਦਾ ਹੀ ਹੈ ਕਿ ਜਦੋਂ ਇਸ ਤਰੀਕੇ ਦਾ ਇਕੱਠ ਹੋਵੇ ਪ੍ਰਦਰਸ਼ਨ ਹੋਵੇ ਔਰ ਗੁਰਦੁਆਰਾ ਸ਼੍ਰੀ ਆਮ ਸਾਹਿਬ ਤਾਂ ਪਹਿਲਾਂ ਵੀ ਜਦੋਂ ਇਕੱਠ ਹੁੰਦਾ ਤਾਂ ਆਸੇ-ਪਾਸੇ ਦੇ ਜਿਹੜੇ ਸੈਕਟਰ ਨੇ ਚਾਹੇ ਉਹ 8 ਫੇਜ਼ 7 ਫੇਜ਼ ਦੀ ਗੱਲ ਹੈ ਦੂਜੇ ਪਾਸੇ 9 ਫੇਜ਼ 10 ਫੇਜ਼ ਦੀ ਗੱਲ ਹੈ ਔਰ ਪੈਰਲਲ ਜੇ ਕਹੀਏ ਰਾਈਟ ਹੈਂਡ ਸਾਈਡ ਬਿਲਕੁਲ ਸਾਹਮਣੇ ਜਿਹੜੇ ਸੈਕਟਰ ਨੇ 에ਅਰਪੋਰਟ ਦੇ ਨਾਲ ਲੱਗਦੇ ਤਾਂ ਇਹ ਪੂਰੇ 5 ਤੋਂ 6 ਕਿਲੋਮੀਟਰ ਦੇ ਰੇਡੀਅਸ ਦੇ ਅੰਦਰ ਜਿੰਨੇ ਸੈਕਟਰ ਪੈਂਦੇ ਨੇ ਫੇਜ਼ ਪੈਂਦੇ ਨੇ ਉੱਥੇ ਦਾ ਟ੍ਰੈਫਿਕ ਜਿਹੜਾ ਹੈ ਉਹ ਇਸ ਦੇ ਨਾਲ ਇਫੈਕਟ ਹੁੰਦਾ ਹੈ ਔਰ 2:30 ਵਜੇ ਕਿਉਂਕਿ ਹੁਣ ਤੋਂ ਮਹਿਜ਼ 30 ਮਿੰਟ ਦਾ ਸਮੇਂ ਰਹਿ ਗਿਆ ਹੈ ਕਿ ਇੱਥੋਂ ਕੂਚ ਜਿਹੜਾ ਹੈ ਉਹ ਕੀਤਾ ਜਾਏਗਾ ਔਰ ਲਾਈਨ ਵਾਈਜ਼ ਕਹੀਏ ਜਾਂ ਇੱਕ ਪਾਸਿਓਂ ਰਾਸਤੇ ਜ਼ਰੀਏ ਜਿੱਥੋਂ ਐਂਟਰੀ ਹੋ ਰਹੀ ਹੈ ਇਸ ਪੰਡਾਲ ਦੇ ਅੰਦਰ ਉੱਥੋਂ ਹੀ ਕੂਚ ਕੀਤਾ ਜਾਏਗਾ ਔਰ ਪੈਦਲ ਮਾਰਚ ਜਿਹੜੀ ਹੈ ਕੀਤੀ ਜਾਏਗੀ। ਇਸ ਵਾਰ ਕੋਈ ਟਰੈਕਟਰ ਜਾਂ ਗੱਡੀਆਂ ਜਿਹੜੀਆਂ ਹੈ ਉਹ ਨਹੀਂ ਮਾਰਚ ਦਾ ਹਿੱਸਾ ਬਣਨਗੀਆਂ ਔਰ ਦੂਜੇ ਪਾਸੇ 7 ਤੋਂ 8 ਫੇਜ਼ ਤੋਂ ਹੋ ਕੇ ਵਾਈਪੀਐਸ ਚੌਂਕ ਜਾਣਾ ਹੈ ਤਾਂ ਉੱਥੇ ਦਾ ਜਿਹੜਾ ਟ੍ਰੈਫਿਕ ਹੈ ਉੱਥੇ ਦੀ ਰੋਡ ਹੈ ਉਹ ਬਿਲਕੁਲ ਚੌਕ ਹੋਏਗੀ ਲੇਕਿਨ ਟ੍ਰੈਫਿਕ ਪੁਲਿਸ ਇੱਥੇ ਕੁਝ ਦੇਰ ਪਹਿਲਾਂ ਜਿਹੜੇ ਐਸਪੀ ਵਿਰਕ ਨੇ ਉਹ ਮੌਜੂਦ ਸੀ ਡੀਐਸਪੀ ਐਚਐਸ ਬਲ ਮੌਜੂਦ ਸੀ ਔਰ ਉਸ ਤੋਂ ਇਲਾਵਾ ਸੈਂਕੜੋਂ ਪੁਲਿਸ ਕਰਮੀ ਚਾਹੇ ਉਹ ਟ੍ਰੈਫਿਕ ਲਈ ਹੋਣ ਚਾਹੇ ਉਹ ਲਾਅ ਐਂਡ ਆਰਡਰ ਨੂੰ ਮੇਨਟੇਨ ਕਰਨ ਲਈ ਹੋਣ ਜਿਵੇਂ ਐਂਟੀ ਰਾਈਟ ਵੀ ਤੁਹਾਨੂੰ ਇੱਥੇ ਨਜ਼ਰ ਆਏਗੀ ਉਹ ਮੁਸਤੈਦ ਹੈ ਤਾਂ ਉਹਨਾਂ ਨੂੰ ਵੀ ਇਹ ਜ਼ਿੰਮੇਵਾਰੀ ਕਹੀ ਗਈ ਹੈ ਕਿ ਇਹਨਾਂ ਕਿਸਾਨਾਂ ਨੂੰ ਸ਼ਾਂਤੀਪੂਰਨ ਤਰੀਕੇ ਦੇ ਨਾਲ ਇੱਥੋਂ ਭੇਜਣਾ ਲਾਅ ਐਂਡ ਆਰਡਰ ਮੇਨਟੇਨ ਕਰਨਾ ਔਰ ਦੂਜੇ ਪਾਸੇ ਟ੍ਰੈਫਿਕ ਸੁਚਾਰੂ ਰੂਪ ਤੇ ਚੱਲੇ ਹਾਲਾਂਕਿ ਇੱਥੇ ਉਹ ਨਹੀਂ ਚੱਲ ਸਕਦਾ ਕਿਉਂਕਿ ਜਦੋਂ 2:30 ਵਜੇ ਇੱਥੋਂ ਕੂਚ ਕੀਤਾ ਜਾਏਗਾ ਤਾਂ ਰੋਡ ਬਿਲਕੁਲ ਗੁਰਜੋਤ ਚੌਕ ਹੋ ਜਾਏਗੀ ਤਾਂ ਇੱਥੇ ਜੇ ਕੋਈ ਆ ਵੀ ਰਿਹਾ ਹੈ ਉਹਨਾਂ ਲਈ ਵੀ ਇਹ ਜਾਣਕਾਰੀ ਅਹਿਮੀਅਤ ਰੱਖਦੀ ਹੈ ਕਿ ਉਹ ਹੋਰ ਰਸਤਾ ਚੁਣਨ ਕਿਉਂਕਿ ਆਸੇ-ਪਾਸੇ ਦੇ ਰੋਡ 7 ਫੇਜ਼ 8 ਫੇਜ਼ ਵਾਈਪੀਐਸ ਚੌਂਕ ਔਰ ਇੱਥੋਂ 9 ਫੇਜ਼ ਨਾਲ ਹੀ ਇੱਥੋਂ ਜਿਹੜੇ ਰਾਹ 에ਅਰਪੋਰਟ ਨੂੰ ਜਾਂਦੇ ਨੇ ਜਾਂ ਚੰਡੀਗੜ੍ਹ ਨੂੰ ਪੈਰਲਲ ਇਨ ਸੈਕਟਰ ਦੇ ਮਿਲਦੇ ਨੇ ਤਾਂ ਉੱਥੇ ਪੂਰਾ ਟ੍ਰੈਫਿਕ ਅਗਲੇ 30 ਮਿੰਟਾਂ ਬਾਅਦ ਚੌਕ ਹੋਣ ਜਾ ਰਿਹਾ ਹੈ ਔਰ ਕੋਈ ਐਮਰਜੈਂਸੀ ਵਹੀਕਲ ਜੇਕਰ ਹੈ ਉਸ ਨੂੰ ਪੁਲਿਸ ਜ਼ਰੂਰ ਕੱਢੇਗੀ ਔਰ ਇਸ ਬਾਬਤ ਪੁਲਿਸ ਜਿਹੜੀ ਹੈ ਉਹ ਟ੍ਰੈਫਿਕ ਲਈ ਮੁਸਤੈਦ ਵੀ ਕੀਤੀ ਗਈ ਹੈ। ਗੁਰਜੋਤ ਔਰ ਤਸਵੀਰਾਂ ਅਸੀਂ ਨਾਲ ਵਿਖਾ ਰਹੇ ਹਾਂ ਕਿ ਜਿਹੜੇ ਕਿਸਾਨ ਇੱਥੇ ਮੌਜੂਦ ਨੇ ਉਹਨਾਂ ਵੱਲੋਂ ਇਸ ਸੰਬੋਧਨ ਨੂੰ ਸੁਣਿਆ ਜਾ ਰਿਹਾ ਹੈ ਔਰ ਅਗਲੇ ਕੁਝ ਹੀ ਦੇਰ 'ਚ ਕਿਉਂਕਿ 30 ਮਿੰਟ 'ਚ ਕੂਚ ਕਰਨਾ ਹੈ ਤਾਂ ਉਸ ਤੋਂ ਪਹਿਲਾਂ ਕੀ ਰੂਪ ਰੇਖਾ ਰਹੇਗੀ ਕਿਵੇਂ ਉੱਥੇ ਜਾ ਕੇ ਕਿੱਥੇ ਧਰਨੇ ਪ੍ਰਦਰਸ਼ਨ ਤੇ ਬੈਠਣਾ ਹੈ ਬੈਰੀਗੇਟਿੰਗ ਤੇ ਬੈਠਣਾ ਹੈ ਜਾਂ ਬੈਰੀਗੇਟਿੰਗ ਨੂੰ ਵੀ ਕ੍ਰਾਸ ਕੀਤਾ ਜਾਏਗਾ ਇਹ ਮਹਿਜ਼ ਉੱਥੇ ਜਾ ਕੇ ਹੀ ਦੇਖਿਆ ਜਾ ਸਕਦਾ ਲੇਕਿਨ ਕਿਸਾਨਾਂ ਵੱਲੋਂ ਇੰਨਾ ਸੁਨੇਹਾ ਜ਼ਰੂਰ ਹੈ ਕਿ ਸ਼ਾਂਤੀਪੂਰਨ ਤਰੀਕੇ ਤੇ ਮਾਰਚ ਜਿਹੜੀ ਹੈ ਉਹ ਕੀਤੀ ਜਾਵੇਗੀ ਕੋਈ ਵੀ ਅਨਲੋ ਐਕਟੀਵਿਟੀ ਜਿਹੜੀ ਹੈ ਨਾ ਉਸ ਦਾ ਸਮਰਥਨ ਹੈ ਨਾ ਉਹ ਕੀਤੀ ਜਾਏਗੀ ਔਰ ਇੱਥੇ ਸੰਬੋਧਨ ਜਿਹੜਾ ਹੈ ਉਹ ਲਗਾਤਾਰ ਗੁਰਜੋਤ ਜਾਰੀ ਹੈ ਔਰ ਕਿਸਾਨ ਤੁਹਾਨੂੰ ਨਜ਼ਰ ਆਣਗੇ ਹੱਥਾਂ 'ਚ ਝੰਡੇ ਫੜ ਕੇ ਹੁਣ ਕਿਉਂਕਿ ਠੰਡ ਵੀ ਸ਼ੁਰੂ ਹੋ ਗਈ ਹੈ ਤਾਂ ਸਵੇਰੇ ਕਹੀਏ ਜਾਂ ਹਲਕੀ ਸ਼ਾਮ ਦੁਪਹਿਰ ਤੋਂ ਬਾਅਦ ਠੰਡ ਹੋ ਜਾਣੀ ਹੈ ਤਾਂ ਸਵੈਟਰ ਕੋਟੀਆਂ ਜੈਕਟਾਂ ਪਾ ਕੇ ਹੱਥਾਂ 'ਚ ਝੰਡੇ ਫੜ ਕੇ ਕਿਸਾਨ ਜਿਹੜੇ ਨੇ ਉਹ ਇੱਥੇ ਪਹੁੰਚੇ ਨੇ ਔਰ ਕਿਉਂਕਿ 2 ਸਾਲ ਪੂਰੇ ਹੋ ਚੁੱਕੇ ਨੇ ਦਿੱਲੀ ਅੰਦੋਲਨ ਨੂੰ ਸੋਨੀਆ ਮਾਨ ਨਾਲ ਗੱਲ ਹੋਈ ਆ ਉਸ ਤੋਂ ਪਹਿਲਾਂ ਜਿਹੜੇ ਕਿਸਾਨ ਆਗੂਆਂ ਨਾਲ ਵੀ ਗੱਲ ਹੋਈ ਤਾਂ ਇਹ ਇੱਕ ਜਿਹੜੀਆਂ ਮੰਗਾਂ ਸੀਗੀਆਂ ਚਾਹੇ ਉਹ ਦਿੱਲੀ ਤੋਂ ਸ਼ੁਰੂ ਹੋਈਆਂ ਹੁਣ 2 ਸਾਲ ਦੇ ਸਮੇਂ ਬਾਅਦ ਵੀ 24 ਮਹੀਨੇ ਹੋ ਗਏ ਨੇ ਪੂਰੇ ਪਰ ਉਹਨਾਂ ਨੂੰ ਕੋਈ ਬੂਰ ਨਹੀਂ ਪਿਆ ਖਾਸ ਕਰਕੇ ਜਿਵੇਂ ਐਮਐਸਪੀ ਦੀ ਕਾਨੂੰਨੀ ਗਰੰਟੀ ਹੈ ਉਸ ਤੋਂ ਇਲਾਵਾ C250 ਦਾ ਮੰਗ ਸੀਗੀ ਕਿ ਉਸ ਨੂੰ ਲਾਗੂ ਕੀਤਾ ਜਾਏ ਸਵਾਮੀਨਾਥਨ ਰਿਪੋਰਟ ਦੀ ਗੱਲ ਹੈ ਉਸ ਤੋਂ ਇਲਾਵਾ ਲਖੀਮਪੁਰ ਖੀਰੀ ਕਿਉਂਕਿ ਉਹ ਅੰਦੋਲਨ ਤੇ ਬਾਅਦ ਐਡ ਹੋਇਆ ਮੰਗਲ ਕਿ ਉੱਥੇ ਇਨਸਾਫ ਦੇਵੇ ਮੰਤਰੀ ਨੂੰ ਬਰਖਾਸਤ ਕੀਤਾ ਜਾਏ ਉਸ ਤੋਂ ਇਲਾਵਾ ਕਿਸਾਨਾਂ ਦੀ ਪੈਨਸ਼ਨ ਕਰਜ਼ ਮਾਫੀ ਔਰ ਇਹ ਵੀ ਇੱਥੋਂ ਜਦੋਂ ਲੱਖੋਵਾਲ ਆਪਣਾ ਸੰਬੋਧਨ ਕਰ ਰਹੇ ਸੀ ਕਹਿੰਦੇ ਨਜ਼ਰ ਆਏ ਕਿ ਕਰਜ਼ਾ 1966 ਤੋਂ ਲੈ ਕੇ ਹੁਣ ਤੱਕ ਗਿਣਿਆ ਜਾਏ
ਤਾਂ ਜਦੋਂ ਐਮਐਸਪੀ ਦੀ ਗਾਰੰਟੀ ਪੂਰੀ ਨਹੀਂ ਹੋਈ, ਐਮਐਸਪੀ ਤੇ ਫਸਲ ਨਹੀਂ ਮਿਲਦੀ, ਸਹੀ ਰੇਟ ਨਹੀਂ ਮਿਲਦਾ, ਕਰਜ਼ਾ ਉਦੋਂ ਹੀ ਚੜਦਾ ਔਰ ਉਹੀ ਕਰਜ਼ਾ ਚੜਦਾ ਹੁਣ ਕਿਤੇ ਨਾ ਕਿਤੇ ਕਿਸਾਨਾਂ ਦੀ ਜ਼ਿੰਦਗੀ ਤੇ ਭਾਰੂ ਹੈਗਾ ਹੈ। ਔਰ ਅਸੀਂ ਦੇਖਿਆ ਵੀ ਹੈ ਕਿ ਕਿਵੇਂ ਉਹ ਚਾਹੇ ਕੋਈ ਸੁਸਾਈਡ ਹੋਵੇ, ਚਾਹੇ ਉਹ ਕਰਜ਼ ਦੇ ਰੂਪ 'ਚ ਹੋਵੇ, ਚਾਹੇ ਜਿੰਨੀ ਵੀ ਦਿੱਕਤਾਂ ਆਉਂਦੀਆਂ ਨੇ ਤਾਂ ਉਹ ਕਿਤੇ ਨਾ ਕਿਤੇ ਐਮਐਸਪੀ ਫਸਲ ਦੇ ਮੁੱਲ ਨੂੰ ਲੈ ਕੇ ਉਸ ਦੇ ਨਾਲ ਹੀ ਜੁੜਿਆ ਹੋਇਆ ਹੈ। ਔਰ ਉਸ ਤੋਂ ਇਲਾਵਾ ਪੈਨਸ਼ਨ ਜੇਕਰ ਇੱਕ ਮਿਲਦੀ ਹੈ ਕਿਸਾਨ ਨੂੰ ਤਾਂ ਉਸ ਨਾਲ ਵੱਡੀ ਮਦਦ ਜਿਹੜੀ ਹੈ ਉਹ ਕਿਸਾਨ ਨੂੰ ਮਿਲ ਸਕਦੀ ਹੈ। ਇਹ ਆਪਣੀ ਮੰਗ ਜ਼ਰੀਏ ਜ਼ਰੂਰ ਕਿਹਾ ਜਾ ਰਿਹਾ ਹੈ। ਉਸ ਤੋਂ ਇਲਾਵਾ तमाम ਮੰਗਾਂ ਨੇ ਜਿਸ ਨੂੰ ਮੁੱਖ ਤੌਰ ਤੇ 7 ਮੰਗਾਂ ਨੇ ਜਿਸ ਨੂੰ ਪੂਰਾ ਕਰਨ ਦੀ ਲਾਗੂ ਕਰਨ ਦੀ ਮੰਗ ਜਿਹੜੀ ਹੈ ਗੁਰਜੋਤ ਕਿਸਾਨ ਕਰ ਰਹੇ ਨੇ। ਔਰ ਤੁਸੀਂ ਦੇਖੋ ਪਿੰਡਾਂ ਤੋਂ ਬੀਬੀਆਂ ਔਰ ਬਜ਼ੁਰਗ ਜਿਹੜੇ ਨੇ ਉਹ ਇੱਥੇ ਪਹੁੰਚੇ ਨੇ। ਦਰਸ਼ਨਪਾਲ ਸਟੇਜ ਤੋਂ ਸੰਬੋਧਨ ਕਰ ਰਹੇ ਨੇ ਔਰ ਉਹ ਇੱਕ ਵਾਰ ਫੇਰ ਮੰਗਾਂ ਗਿਣਵਾ ਰਹੇ ਨੇ। ਕਿਹੜੀਆਂ ਮੰਗਾਂ ਨੇ ਉਹ ਜ਼ਰੂਰ ਤੁਹਾਨੂੰ ਸੁਣਾ ਦਿੰਦੇ ਹਾਂ। ਅਤੇ ਇਸ ਦਾ ਐਲਾਨਿਆ ਏਜੰਡਾ ਕਿਸਾਨਾਂ ਵੱਲੋਂ ਪੇਸ਼ ਕੀਤੀਆਂ ਮੰਗਾਂ ਦੇ ਅਨੁਸਾਰ ਨਹੀਂ ਹੈ। ਇਸ ਕਮੇਟੀ ਨੂੰ ਰੱਦ ਕਰਕੇ ਕੇਂਦਰ ਸਰਕਾਰ ਆਪਣੇ ਵਾਅਦੇ ਅਨੁਸਾਰ ਐਮਐਸਪੀ ਤੇ ਸਾਰੀਆਂ ਫਸਲਾਂ ਦੀ ਗਰੰਟੀ ਦੀ ਕਾਨੂੰਨੀ ਗਰੰਟੀ ਕਰਨ ਵਾਲਾ ਕਾਨੂੰਨ ਬਣਾਉਣ ਲਈ ਐਸਕੇਐਮ ਦੇ ਨੁਮਾਇੰਦਿਆਂ ਨੂੰ ਸ਼ਾਮਲ ਕਰਕੇ ਕਿਸਾਨਾਂ ਦੀ ਸਹੀ ਨੁਮਾਇੰਦਗੀ ਦੇ ਨਾਲ ਘੱਟੋ ਘੱਟ ਸਮਰਥਨ ਮੁੱਲ ਦੀ ਗਰੰਟੀ ਲਈ ਨਵੀਂ ਕਮੇਟੀ ਦਾ ਪੁਨਰਗਠਨ ਕਰੇ। ਦੂਜਾ, 80% ਤੋਂ ਵੱਧ ਕਿਸਾਨ ਖੇਤੀ ਵਿੱਚ ਲਾਗਤਾਂ ਵਧਣ ਅਤੇ ਆਪਣੀਆਂ ਫਸਲਾਂ ਦੇ ਲਾਹੇਵੰਦ ਭਾਅ ਨਾ ਮਿਲਣ ਕਰਕੇ ਭਾਰੀ ਕਰਜ਼ੇ ਵਿੱਚ ਫਸੇ ਹੋਏ ਹਨ ਅਤੇ ਖੁਦਕੁਸ਼ੀਆਂ ਕਰਨ ਲਈ ਮਜਬੂਰ ਹਨ। ਅਜਿਹੀ ਸਥਿਤੀ ਵਿੱਚ ਆਪ ਜੀ ਨੂੰ ਬੇਨਤੀ ਹੈ ਕਿ ਸਾਰੇ ਕਿਸਾਨਾਂ ਦੇ ਹਰ ਤਰ੍ਹਾਂ ਦੇ ਕਰਜ਼ਿਆਂ ਤੇ ਲੀਕ ਮਾਰੀ ਜਾਵੇ। ਤੀਸਰਾ, ਬਿਜਲੀ ਸੋਧ ਬਿੱਲ 2022 ਵਾਪਸ ਲਿਆ ਜਾਵੇ। 9 ਦਸੰਬਰ 2021 ਨੂੰ ਸੰਯੁਕਤ ਕਿਸਾਨ ਮੋਰਚਾ ਨੂੰ ਲਿਖੇ ਪੱਤਰ ਵਿੱਚ ਕੇਂਦਰ ਸਰਕਾਰ ਨੇ ਲਿਖਤੀ ਭਰੋਸਾ ਦਿੱਤਾ ਸੀ ਕਿ ਮੋਰਚੇ ਨਾਲ ਵਿਚਾਰ ਵਟਾਂਦਰੇ ਤੋਂ ਬਾਅਦ ਹੀ ਬਿੱਲ ਨੂੰ ਸੰਸਦ ਵਿੱਚ ਪੇਸ਼ ਕੀਤਾ ਜਾਵੇਗਾ। ਇਸ ਦੇ ਬਾਵਜੂਦ ਕੇਂਦਰ ਸਰਕਾਰ ਨੇ ਬਿਨਾਂ ਕਿਸੇ ਚਰਚਾ ਦੇ ਇਸ ਬਿੱਲ ਨੂੰ ਸੰਸਦ ਵਿੱਚ ਪੇਸ਼ ਕਰ ਦਿੱਤਾ ਹੈ। ਚੌਥਾ, ਲਖੀਮਪੁਰ ਖੀਰੀ ਜ਼ਿਲ੍ਹੇ ਦੇ ਤਕੋਣੀਆ ਕਸਬੇ ਵਿਖੇ 4 ਕਿਸਾਨਾਂ ਅਤੇ ਇੱਕ ਪੱਤਰਕਾਰ ਦੇ ਕਤਲ ਦੇ ਮੁੱਖ ਸਾਜ਼ਿਸ਼ਕਰਤਾ ਕੇਂਦਰੀ ਗ੍ਰਹਿ ਮੰਤਰੀ ਅਜੇ ਮਿਸ਼ਰ ਟੈਣੀ ਨੂੰ ਮੰਤਰੀ ਮੰਡਲ ਵਿੱਚੋਂ ਬਰਖਾਸਤ ਕੀਤਾ ਜਾਵੇ ਅਤੇ ਗ੍ਰਿਫਤਾਰ ਕਰਕੇ ਜੇਲ੍ਹ ਭੇਜਿਆ ਜਾਵੇ ਅਤੇ ਲਖੀਮਪੁਰ ਖੀਰੀ ਕਤਲੇਆਮ ਵਿੱਚ ਜੇਲ੍ਹਾਂ ਵਿੱਚ ਬੰਦ ਬੇਕਸੂਰ ਕਿਸਾਨਾਂ ਨੂੰ ਤੁਰੰਤ ਰਿਹਾ ਕੀਤਾ ਜਾਵੇ ਅਤੇ ਉਹਨਾਂ ਵਿਰੁੱਧ ਦਰਜ ਕੀਤੇ ਝੂਠੇ ਕੇਸ ਤੁਰੰਤ ਵਾਪਸ ਲਏ ਜਾਣ। ਸਰਕਾਰ ਜ਼ਖਮੀ ਕਿਸਾਨਾਂ ਨੂੰ ਮੁਆਵਜ਼ਾ ਦੇਣ ਦਾ ਆਪਣਾ ਵਾਅਦਾ ਪੂਰਾ ਕਰੇ। ਲਖੀਮਪੁਰ ਖੀਰੀ ਬਾਰੇ ਇਹ। ਪੰਜਵਾਂ, ਸਰਕਾਰ ਨੂੰ ਸੋਕੇ, ਹੜ੍ਹ, ਜ਼ਿਆਦਾ ਮੀਂਹ, ਫਸਲਾਂ ਨਾਲ ਸੰਬੰਧਿਤ ਬਿਮਾਰੀਆਂ ਆਦਿ ਕਾਰਨ ਫਸਲਾਂ ਦੇ ਹੋਏ ਨੁਕਸਾਨ ਦੀ ਭਰਪਾਈ ਲਈ ਸਾਰੀਆਂ ਫਸਲਾਂ ਲਈ ਵਿਆਪਕ ਅਤੇ ਪ੍ਰਭਾਵੀ ਫਸਲ ਬੀਮਾ ਯੋਜਨਾ ਲਾਗੂ ਕਰੇ। ਛੇਵਾਂ, ਸਾਰੇ ਦਰਮਿਆਨੇ, ਛੋਟੇ ਅਤੇ ਸੀਮਾਂਤ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਲਈ ਇੱਥੇ 5000 ਗਲਤੀ ਨੇ ਇਹਨੂੰ 10000 ਕਰਾਂਗੇ 10000 ਰੁਪਏ ਪ੍ਰਤੀ ਮਹੀਨਾ ਕਿਸਾਨ ਪੈਨਸ਼ਨ ਦੀ ਯੋਜਨਾ ਲਾਗੂ ਕੀਤੀ ਜਾਵੇ। ਸੱਤਵਾਂ, ਕਿਸਾਨ ਅੰਦੋਲਨ ਦੌਰਾਨ ਭਾਜਪਾ ਸ਼ਾਸਿਤ ਰਾਜਾਂ ਅਤੇ ਹੋਰ ਰਾਜਾਂ ਵਿੱਚ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਕਿਸਾਨਾਂ ਵਿਰੁੱਧ ਜੋ ਝੂਠੇ ਕੇਸ ਦਰਜ ਕੀਤੇ ਗਏ ਹਨ ਉਹਨਾਂ ਨੂੰ ਤੁਰੰਤ ਵਾਪਸ ਲਿਆ ਜਾਵੇ। ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋਏ ਸਾਰੇ ਕਿਸਾਨਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਅਤੇ ਉਹਨਾਂ ਦੇ ਮੁੜ ਵਸੇਬੇ ਦਾ ਪ੍ਰਬੰਧ ਕੀਤਾ ਜਾਵੇ ਅਤੇ ਸਿੰਘੂ ਮੋਰਚੇ ਵਿੱਚ ਸ਼ਹੀਦ ਹੋਏ ਕਿਸਾਨਾਂ ਦੀ ਯਾਦਗਾਰ ਬਣਾਉਣ ਲਈ ਜ਼ਮੀਨ ਦਿੱਤੀ ਜਾਵੇ। ਇਸ ਮੰਗ ਪੱਤਰ ਲਈ ਦੇਸ਼ ਦਾ ਅੰਨਦਾਤਾ ਆਪਣੇ ਗੁੱਸੇ ਨੂੰ ਸਰਕਾਰ ਤੱਕ ਪਹੁੰਚਾਉਣਾ ਚਾਹੁੰਦੇ ਹਨ। ਅਸੀਂ ਤੁਹਾਨੂੰ ਬੇਨਤੀ ਕਰਦੇ ਹਾਂ ਕਿ ਕੇਂਦਰ ਸਰਕਾਰ ਨੂੰ ਉਸ ਦੀ ਲਿਖਤੀ ਵਾਅਦੇ ਯਾਦ ਕਰਵਾਓ ਅਤੇ ਦੇਸ਼ ਦੇ ਕਿਸਾਨਾਂ ਦੀ ਮੁਕੰਮਲ ਕਰਜ਼ਾ ਮੁਕਤੀ, ਫਸਲ ਬੀਮਾ, ਕਿਸਾਨ ਪੈਨਸ਼ਨ ਦੀਆਂ ਮੰਗਾਂ ਨੂੰ ਜਲਦੀ ਤੋਂ ਜਲਦੀ ਪੂਰਾ ਕੀਤਾ ਜਾਵੇ। ਅਸੀਂ ਤੁਹਾਡੇ ਰਾਹੀਂ ਕੇਂਦਰ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਕਿਸਾਨਾਂ ਦੇ ਸਬਰ ਦਾ ਇਮਤਿਹਾਨ ਲੈਣਾ ਬੰਦ ਕਰੋ। ਜੇਕਰ ਸਰਕਾਰ ਕਿਸਾਨਾਂ ਪ੍ਰਤੀ ਆਪਣੇ ਵਾਅਦਿਆਂ ਤੇ ਜ਼ਿੰਮੇਵਾਰੀ ਤੋਂ ਮੁੱਕਰਦੀ ਰਹੀ ਤਾਂ ਕਿਸਾਨਾਂ ਕੋਲ
ਸੰਘਰਸ਼ ਨੂੰ ਹੋਰ ਤੇਜ਼ ਕਰਨ ਤੋਂ ਇਲਾਵਾ ਕੋਈ ਚਾਰਾ ਨਹੀਂ ਬਚੇਗਾ। ਇਹਦੇ ਉੱਤੇ 33 ਕਿਸਾਨ ਜਥੇਬੰਦੀਆਂ ਦੇ ਪੰਜਾਬ ਦੀਆਂ ਦੇ ਥੱਲੇ ਦਸਤਖਤ ਨੇ। ਸੋ ਸਾਰੇ ਸਹਿਮਤੀ ਦੇ ਹੱਥ ਖੜੇ ਕਰਕੇ ਅਗਰ ਤੁਹਾਡੀ ਸਹਿਮਤੀ ਇਹਨਾਂ ਮੰਗਾਂ ਤੇ ਸਤਿ ਸ੍ਰੀ ਅਕਾਲ। ਸੰਯੁਕਤ ਕਿਸਾਨ ਮੋਰਚਾ ਇਹ ਗੁਰਜੋਤ ਇਹ ਤਸਵੀਰਾਂ ਨੇ ਕਿ ਇਹ 7 ਮੰਗਾਂ ਨੇ ਜੋ ਡਾਕਟਰ ਦਰਸ਼ਨਪਾਲ ਵੱਲੋਂ ਗਣਾਈਆਂ ਗਈਆਂ ਨੇ, ਜਿਨ੍ਹਾਂ 'ਚ ਬਿਜਲੀ ਸੰਸ਼ੋਧਨ ਬਿੱਲ ਵੀ ਹੈ, ਪੈਨਸ਼ਨ ਵੀ ਹੈ ਔਰ ਕਰਜ਼ ਮਾਫੀ ਵੀ ਹੈ। ਪਰਾਲੀ ਦੇ ਮਾਮਲੇ ਨੇ, ਪ੍ਰਦਰਸ਼ਨ ਦੇ ਚੱਲਦੇ ਜਿਹੜੀ FIR ਕੀਤੀਆਂ ਗਈਆਂ ਨੇ ਉਸ ਦੀ ਵਾਪਸੀ ਦੀ ਮੰਗ ਹੈਗੀ ਹੈ। ਤਾਂ ਇਹ तमाम ਕੁੱਲ ਮੁੱਖ ਤੌਰ ਤੇ 7 ਮੰਗਾਂ ਨੇ ਜੋ 33 ਜਥੇਬੰਦੀਆਂ ਵੱਲੋਂ ਇੱਕ ਮੰਗ ਪੱਤਰ ਤਿਆਰ ਕਰਕੇ ਉਹ ਰਾਜਪਾਲ ਨੂੰ ਬਨਵਾਰੀ ਲਾਲ ਪੁਰੋਹਿਤ ਉਹਨਾਂ ਨੂੰ ਸੌਂਪਿਆ ਜਾਏਗਾ, ਉਨ ਤੱਕ ਪਹੁੰਚਾਇਆ ਜਾਏਗਾ। ਔਰ ਇਹ ਕੋਸ਼ਿਸ਼ ਹੈ ਕਿ ਇਹਨਾਂ ਮੰਗਾਂ ਤੇ ਸਰਕਾਰ ਜਲਦ ਕੋਈ ਫੈਸਲਾ ਲੇ, ਨਹੀਂ ਤਾਂ ਆਉਣ ਵਾਲੇ ਦਿਨਾਂ 'ਚ ਇਹ ਅੰਦੋਲਨ ਕਹਿ ਲਈਏ इसमें जो किसान ने संघर्ष कर रहे हैं इसमें तेज किया जाएगा। और तस्वीर ਤੁਹਾਨੂੰ ਵਿਖਾ ਰਹੇ ਹਾਂ और तुसी देखो कि ਕੱਠ ਜਿਹੜਾ ਹੈ ਉਹ ਜਿਹੜੇ ਕਿਸਾਨ ਨੇ ਉਹ ਇੱਥੋਂ ਉੱਠ ਰਹੇ ਨੇ ਔਰ ਮਾਰਚ ਲਈ ਇੱਥੋਂ ਜਾਇਆ ਜਾਏਗਾ। ਬੇਨਤੀ ਹੈ ਸਾਰਿਆਂ ਨੂੰ, ਤੁਸੀਂ ਤਾਂ ਇਸ ਤਰ੍ਹਾਂ ਹੋ ਗਏ ਵੀ ਭੱਜ ਲੈਣਾ ਕਿੱਧਰ ਨੂੰ, ਤਾਂ ਮੈਨੂੰ ਦੱਸੋਗਾ ਕਿੱਧਰ ਨੂੰ ਚੱਲਣਾ। ਤਾਂ ਗੁਰਜੋਤ ਇਹ ਤਸਵੀਰਾਂ ਨੇ ਔਰ ਮਾਰਚ ਕਰਨ ਲਈ ਇੱਥੋਂ ਕਿਸਾਨ ਤਿਆਰ ਨੇ, ਆਪਣੇ ਆਪਣੇ ਥਾਵਾਂ ਤੋਂ ਜਿੱਥੇ ਬੈਠੇ ਸੀ ਖੜੇ ਹੋਏ ਨੇ ਔਰ ਕਿਸਾਨਾਂ ਵੱਲੋਂ, ਕਿਸਾਨ ਆਗੂਆਂ ਵੱਲੋਂ ਇਹ ਸੰਬੋਧਨ ਕੀਤਾ ਜਾ ਰਿਹਾ ਹੈ ਕਿ ਕਿਸ ਰਾਹ ਤੋਂ ਜਾਣਾ ਹੈ, ਕਿਵੇਂ ਜਾਣਾ ਹੈ, ਕੀ ਕਿਸਾਨ ਆਗੂਆਂ ਦੀ ਹਦਾਇਤਾਂ ਨੇ ਉਹਨੂੰ ਇੱਕ ਵਾਰ ਜ਼ਰੂਰ ਸੁਣਾਂਗੇ ਕਿਉਂਕਿ ਕਿਸਾਨਾਂ ਨੂੰ ਸੁਣਾ ਦਿਓ ਅਮਨ ਕੀ ਕੁਝ ਸਟੇਜ ਤੋਂ ਕਿਹਾ ਜਾ ਰਿਹਾ। ਉੱਥੋਂ ਤੱਕ ਆਪਾਂ ਬਹੁਤ ਆਰਾਮ ਨਾਲ ਚੱਲਣਾ। ਦੇਖੋ ਮੈਨੂੰ ਉਮੀਦ ਹੈ ਅੱਜ ਕੋਈ ਵੀ ਬੰਦਾ ਕਿਸੇ ਜਥੇਬੰਦੀ ਤੋਂ ਬਿਨਾਂ ਨਹੀਂ ਆਇਆ। ਹਰ ਬਿਲਕੁਲ ਇਹ ਅਨਾਉਂਸਮੈਂਟ ਕੀਤੀ ਜਾ ਰਹੀ ਹੈ, ਯਾਨੀ ਕਿ ਕਿਸ ਤਰੀਕੇ ਦੇ ਨਾਲ ਇਹ ਸਾਰਾ ਮਾਰਚ ਰਹੇਗਾ ਉਹ ਪਹਿਲਾਂ ਡਾਇਰੈਕਸ਼ਨਸ ਦਿੱਤੀਆਂ ਜਾ ਰਹੀਆਂ ਨੇ। ਸਟੇਜ ਤੋਂ ਤਾਂ ਕੁਝ ਕੀਤਾ ਜਾ ਰਿਹਾ ਹੈ, ਸ਼ੁਰੂਆਤ ਹੋ ਚੁੱਕੀ ਹੈ। ਇੱਕ ਬ੍ਰੇਕ ਦੇ ਲਈ ਰੁਕ ਰਹੇ ਹਾਂ, ਲਗਾਤਾਰ ਨਜ਼ਰ ਬੜੀ ਹੋਈ ਹੈ। ਰਮਨ ਫਿਲਹਾਲ ਸ਼ੁਕਰੀਆ ਤੁਹਾਡਾ।